ਜ਼ਮੀਨ ਦੀ ਤਕਸੀਮ ਦੀ ਮੰਗ ਅਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦੇ ਹੋਏ ਪਿੰਡ ਮਠੱਡਾ ਕਲਾਂ ਦੇ ਕਿਸਾਨ ਹਰਮਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਖੇਤ ਵਿੱਚ ਹੀ ਧਰਨਾ ਲਗਾ ਕੇ ਬੈਠ ਗਿਆ। ਇਸ ਬਾਬਤ ਉਸ ਵੱਲੋਂ ਐਸਡੀਐਮ ਫਲੌਰ ਨੂੰ ਇੱਕ ਦਰਖਾਸਤ ਵੀ ਦਿੱਤੀ ਗਈ, ਜਿਸ ਵਿੱਚ ਉਸ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਪਰਿਵਾਰ ਦੀ ਸਾਂਝੀ ਜ਼ਮੀਨ ਵਿੱਚ ਅਜੇ ਤੱਕ ਕੋਈ ਵੀ ਤਕਸੀਮ ਨਹੀਂ ਕੀਤੀ ਗਈ ਹੈ। ਪਿੰਡ ਮਠੱਡਾ ਕਲਾਂ ਦੇ ਜਸਵੰਤ ਸਿੰਘ ਪੁੱਤਰ ਮਨਜੀਤ ਸਿੰਘ ਨੇ ਰੇਸ਼ਮ ਸਿੰਘ ਵਾਸੀ ਵੀੜ ਵਾਸੀਆਂ ਦੇ ਰਾਹੀਂ ਸਵਰਗਵਾਸੀ ਹਰਵੰਸ ਸਿੰਘ ਦੇ ਹਿੱਸੇ ਵਾਲੀ ਜ਼ਮੀਨ ਖਰੀਦ ਲਈ ਹੈ ਅਤੇ ਹੁਣ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਸੜਕ ਦੇ ਨਾਲ ਲੱਗਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਆੜਾਂ ਦੇ ਹੱਦਾਂ ਨੂੰ ਵਾਹ ਦਿੱਤਾ ਹੈ। ਆਪਣੀ ਦਰਖਾਸਤ ਵਿੱਚ ਉਹਨਾਂ ਵੱਲੋਂ ਜਸਵੰਤ ਸਿੰਘ ਅਤੇ ਰੇਸ਼ਮ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਬਾਰੇ ਜਦੋਂ ਜਸਵੰਤ ਸਿੰਘ ਅਤੇ ਰੇਸ਼ਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਹਰਮਿੰਦਰ ਸਿੰਘ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹਨਾਂ ਨੇ ਜ਼ਮੀਨ ਨੂੰ ਖਰੀਦਣ ਅਤੇ ਵੇਚਣ ਵਿੱਚ ਕੋਈ ਵੀ ਗਲਤ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਅਤੇ ਨਾ ਹੀ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜ਼ਮੀਨ ਦੀਆਂ ਫਰਦਾਂ ਉਹਨਾਂ ਦੇ ਕੋਲ ਹਨ ਅਤੇ ਜੇਕਰ ਇਹ ਪਰਿਵਾਰ ਤਕਸੀਮ ਕਰਵਾਉਣਾ ਚਾਹੁਣ ਤਾਂ ਉਹ ਇਸ ਲਈ ਸਹਿਮਤ ਹਨ। ਪਿੰਡ ਦੇ ਸਰਪੰਚ ਕਾਂਤੀ ਮੋਹਨ ਨੇ ਕਿਹਾ ਕਿ ਜੇਕਰ ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਇਸ ਮਸਲੇ ਦਾ ਹੱਲ ਕਰਨਾ ਚਾਹੁਣ ਤਾਂ ਗ੍ਰਾਮ ਪੰਚਾਇਤ ਉਹਨਾਂ ਦੀ ਪੂਰੀ ਸਹਾਇਤਾ ਕਰੇਗੀ ਅਤੇ ਜੇਕਰ ਤਕਸੀਮ ਕਰਵਾਉਣੀ ਚਾਹੁਣ ਤਾਂ ਵੀ ਪੰਚਾਇਤ ਉਹਨਾਂ ਦਾ ਪੂਰਾ ਸਾਥ ਦੇਵੇਗੀ। ਭਾਜੀ ਮਸਲਾ ਇਹ ਆ, ਸਾਡੇ ਬਾਬੇ ਉਹਨਾਂ ਤਿੰਨਾਂ ਭਰਾਵਾਂ ਦੀ ਜ਼ਮੀਨ ਸੀ ਇਹ, ਜਿਨ੍ਹਾਂ ਦੇ ਸਾਡੇ ਇੱਕ ਤਿੰਨਾਂ ਭਰਾਵਾਂ ਦੀ ਡੈਥ ਹੋ ਚੁੱਕੀ। ਖਾਂ ਸਾਡੇ ਡੈਡੀ ਉਹਨਾਂ ਨਾਲ ਜ਼ਮੀਨ ਚੜ੍ਹੀ ਆ। ਜਿਹੜੇ ਸਾਡੇ ਡੈਡੀ ਦੇ ਚਾਚਾ ਜੀ ਦੀ ਜ਼ਮੀਨ ਰਿਸ਼ਤੇਦਾਰ ਸੀਗੇ ਸਰਦਾਰ ਰੇਸ਼ਮ ਸਿੰਘ ਜੀ ਬੀੜ ਬਾਂਸੀਆਂ ਤੋਂ, ਉਹਨੇ ਜ਼ਮੀਨ ਇਹ ਵੇਚੀ ਸੀ ਸਰਦਾਰ ਜਸਵੰਤ ਸਿੰਘ ਸਾਨੂੰ ਮਨਜੀਤ ਸਿੰਘ, ਜੋ ਕਿ ਸਾਡੇ ਪਿੰਡ ਦੇ ਸਾਡੇ ਤਾਏ ਚਾਚਿਆਂ ਦੇ ਵਿੱਚੋਂ ਹੀ ਹਨ। ਉਹਨੇ ਜ਼ਮੀਨ ਵੇਚਣ ਵੇਲੇ ਨਾ ਤਾਂ ਉਹਨਾਂ ਨੂੰ ਕੋਈ ਦੱਸਿਆ ਵੀ ਇਹਦੀ ਕੋਈ, ਨਾ ਤਾਂ ਇਹਦੀ ਕੋਈ ਵੰਡ ਹੋਈ ਚੁੱਕੀ ਆ, ਨਾ ਇਹ ਕੋਈ ਤਕਸੀਮ ਹੋਈ ਆ। ਇਹ ਜ਼ਮੀਨ ਇਹ ਸਾਰੇ ਸਾਂਝੇ ਖਾਤੇ, ਜੋ ਜ਼ਮੀਨ ਇਹ ਸਾਡੇ 40-50 ਸਾਲ ਤੋਂ ਸਾਡੇ ਜਿਹੜੇ ਦੂਜੇ ਚਾਚਾ ਜੀ ਆ ਲਗਾਤਾਰ ਉਹਨਾਂ ਕੋਲ ਸੀਗੀ, ਇਸ ਕਰਕੇ ਉਹ ਇਕੱਠੀ ਸਾਰੀ ਬਾਹਰ ਰਿਹਾ ਸੀ। ਕੋਈ ਕਿਸੇ ਦਾ ਉੱਤੇ ਨਾਂ ਨਹੀਂ ਸੀ ਲਿਖਿਆ ਕਿ ਇਹਦੀ ਕਿੱਥੇ ਆ ਕਿੱਥੇ ਨਹੀਂ। ਪਰ ਹੁਣ ਸਾਡੇ ਨਾਲ ਉਹਦਾ ਜ਼ਿਆਦਾ ਧੱਕਾ ਹੋਇਆ। ਜ਼ਮੀਨ ਲੈਣ ਤੋਂ ਬਾਅਦ ਉਸ ਬੰਦੇ ਨੇ ਬਿਨਾਂ ਪੁੱਛੇ ਤੋਂ ਪਹਿਲਾਂ ਸਾਡੀਆਂ ਆੜਾਂ ਵਾਹੀਆਂ। ਜਦ ਉਸ ਬੰਦੇ ਨੂੰ ਅਸੀਂ ਰੋਕਿਆ ਗਿਆ, ਤੁਸੀਂ ਦੇਖ ਸਕਦੇ ਇੱਥੇ ਆੜਾ ਵੀ ਤੇ ਦੁਬਾਰਾ ਘਾਹ ਵੀ ਜੰਮ ਪਿਆ ਉਹਨਾਂ ਦੇ। ਉਹਨੀ ਆੜਾਂ ਦੇ ਇਹ ਵੀ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ, ਸਾਡੇ ਤੋਂ ਪਰਵਾਹ ਹੋ ਕੇ ਵੀ ਆੜਾਂ ਵਾਹੁਣ ਤੋਂ ਬਾਅਦ ਫਿਰ ਖੱਤੇ ਕਰਾਏ ਗਏ ਜੀ। ਸਾਡੇ 2-3 ਖੱਤੀਆਂ ਨਗ ਸੀਗੇ, ਇਹਨਾਂ ਨੂੰ ਬਣਾ ਕੇ ਉਹਨੇ ਆਪਣੇ ਹਿਸਾਬ ਨਾਲ ਇੱਕੋ ਹੀ ਪਲਾਂਟ ਬਣਾਈ ਜਾਂਦੇ ਸਾਰਾ ਜੀ। ਸਾਡੀਆਂ ਜੋ ਆੜਾਂ ਵੱਟਾਂ ਸਾਰੇ ਢਾਤੇ ਆ। ਸਾਡੇ ਸਾਹਮਣੇ ਮੋਟਰ ਤੋਂ ਪੁਰਾਣੀ ਆੜ ਉੱਥੋਂ ਆਉਂਦੀ ਸੀ। ਇੱਕ ਖੱਤਾ ਸਾਡਾ ਉਹ ਸੜਕ 'ਤੇ ਜਾ ਰਿਹਾ ਜੀ, ਜਿਹੜਾ 9 ਕਨਾਲ ਕੁਛ ਮਰਲੇ ਦਾ ਆ, ਉਹ ਵੀ ਧੱਕੇ ਨਾਲ ਆਪਣੇ ਕਬਜ਼ੇ ਆਪੇ ਕਰੀ ਜਾਂਦੇ ਜੀ। ਪੰਚਾਇਤ ਦੇ ਰੋਕਣ ਦੇ ਬਾਵਜੂਦ ਹੀ ਉਹ ਬੰਦੇ ਨੇ 2 ਟਰੈਕਟਰ ਚਲਾ ਕੇ ਆਪਣਾ ਖੱਤਾ ਤੜਕੇ ਬਾਹ ਲਿਆ। ਸਾਨੂੰ ਪੰਚਾਇਤ ਨੇ ਸਾਦਾ ਸਾਨੂੰ ਕਾਗਜ਼ਾਂ ਦੇ ਪਾਇਆ, ਕਦੀ ਆਹ ਫਰਦ ਲਿਆਓ ਜੀ, ਕਦੀ ਆਹ ਲਿਆਵੋ। ਸਾਨੂੰ ਉੱਧਰ ਲਾਇਆ ਤਾਂ ਇੱਧਰ ਕੋਈ ਨਾ ਕੋਈ ਸਾਡੇ ਨਾਲ ਰੋਜ਼ ਗਲਤੀ ਇੱਕ ਵਾਰੀ ਹੁੰਦੀ, 2 ਵਾਰੀ ਹੁੰਦੀ। ਪਰ ਜੇ ਜੋ ਜਸਵੰਤ ਸਿੰਘ ਆ, ਇਹ ਗਲਤੀ ਆਪਣੀ ਮੰਨਣ ਦੀ ਬਜਾਏ ਹੋਰ ਤੇ ਗਲਤੀਆਂ ਕਰਦਾ ਜਾਂ ਇਸ ਦੇ ਰੋਸ ਦੇ ਵਿੱਚ ਮੈਂ ਕੱਲ੍ਹ 5 ਵਜੇ ਤੋਂ ਸ਼ਾਮ ਦੇ ਭੁੱਖ ਹੜਤਾਲ ਦੇ ਬੈਠਾ। ਮੈਂ ਚਾਹੁੰਦਾ ਆਪਣੀ ਪੰਚਾਇਤ ਕੋਲੋਂ ਪਹਿਲਾਂ ਸਾਹਿਬ ਨਾਲ ਪੰਚਾਇਤ ਨੂੰ ਕਹੂੰਗਾ ਜੇ ਮੈਨੂੰ ਇਨਸਾਫ ਇੱਥੇ ਮਿਲ ਜਾਵੇ, ਮੈਨੂੰ ਦੂਰ ਤੱਕ ਜਾਣ ਦੀ ਲੋੜ ਨਾ ਪਵੇ। ਪਰ ਮੈਂ ਫਿਰ ਵੀ ਚਲੋ ਜੇ ਨਹੀਂ ਮੈਨੂੰ ਨਾ ਇਨਸਾਫ ਦਿੱਤਾ ਫਿਰ ਮੈਨੂੰ ਪ੍ਰਸ਼ਾਸਨ ਤੱਕ ਵੀ ਪਹੁੰਚ ਕਰਨੀ ਪਊਗੀ ਜੀ। ਅਤੇ ਮੈਂ ਇਹ ਕਹਿੰਦਾ ਮੈਨੂੰ ਇਨਸਾਫ ਦਿਵਾਇਆ ਜਾਵੇ। ਉਸ ਬੰਦੇ ਨੇ ਪੈਸੇ ਲਏ, ਉਹਨੂੰ ਜ਼ਮੀਨ ਆਪਾਂ ਨਹੀਂ ਕਹਿੰਦੇ, ਉਹ ਤਾਂ ਕਿਸੇ ਦਾ ਹੱਕ ਮਾਰ ਕੇ ਰਾਜੀ। ਦੇਖੋ ਜੀ, ਮੈਂ ਅੰਮ੍ਰਿਤਧਾਰੀ ਬੰਦਾ, ਨਾ ਮੈਂ ਆਪਣੀ ਵਾਧੂ ਚੀਜ਼ ਕਿਸੇ ਨੂੰ ਦੇ ਕੇ ਰਾਜੀ, ਨਾ ਮੈਂ ਕਿਸੇ ਲੈ ਕੇ ਰਾਜੀ ਹਾਂ ਜੀ। ਮੈਂ ਆਪਣਾ ਚਾਹੁੰਦਾ ਵੀ ਸਾਰੇ ਆਪਣੀ ਉਹ ਵੀ ਪੂਰੀ ਕਰੇ। ਸਾਡੀ ਵੀ ਜ਼ਮੀਨ ਜੋ ਜੱਦੀ ਘਰ ਦੀ ਜ਼ਮੀਨ ਹੈ ਸਾਡੀ ਵੀ ਪੂਰੀ ਕੀਤੀ ਜਾਵੇ। ਜੋ ਸਾਡਾ ਬਣਦਾ ਸਾਨੂੰ ਹੱਕ ਦਿੱਤੇ ਜਾਵੇ। ਜਿੱਥੋਂ ਸਾਨੂੰ ਆਉਂਦੀ ਆ ਉੱਥੋਂ ਸਾਨੂੰ ਦਿੱਤੀ ਜਾਵੇ ਜੀ। ਇਹ ਨਹੀਂ ਹੈਗਾ ਵੀ ਜੇ ਸੜਕ ਦੇ ਖੱਤਾ ਪੈਂਦਾ ਵੀ 9 ਕਨਾਲ ਦਾ ਮੈਂ ਇਕੱਲਾ ਹੀ ਮਲੱਖ ਕੇ ਵੀ ਬਾਕੀਆਂ ਨੂੰ ਵੇਕੂ ਬਣਾਈ ਜਾਂਦਾ। ਪਹਿਲਾਂ ਤਾਂ ਕਹੀ ਜਾਂਦਾ ਇਹ ਜ਼ਮੀਨ ਮੁੱਲ ਵਾਲੀ 'ਚ ਉਹਦੀ, ਹੁਣ ਇਹ ਕਹੀ ਜਾਂਦਾ ਨਹੀਂ ਜੀ ਮੈਂ ਤਾਂ ਇੱਥੋਂ ਪੂਰੀ ਕਰ ਲਈ, ਆਪਣੀ 60 ਕਨਾਲ ਦੀ ਪੂਰੀ ਕਰੀ ਜਾਂਦਾ। ਜੋ ਕਿ ਸਾਨੂੰ ਲਗਭਗ ਕਿਸੇ ਸੂਤਰਾਂ ਤੋਂ ਪਤਾ ਲੱਗਾ ਜਿਹਦੀ ਉਹਦੀ ਰਜਿਸਟਰੀ ਆ ਸਿਰਫ 54 ਕਨਾਲ ਦੀ ਹੋਈ ਆ। ਸਾਨੂੰ ਕੋਈ ਕਾਗਜ਼ ਪੱਤਰ ਨਹੀਂ ਦਿਖਾ ਲਿਆ। ਮੋਬਾਈਲ ਦੇ ਵਿੱਚ ਛਿੱਡੜਾ ਦਿਖਾ ਲਈ, ਜੋ ਕਿ ਕੋਈ ਕਾਨੂੰਨ ਅਸੀਂ ਉਸ ਨੂੰ ਨਹੀਂ ਮੰਨਦੇ। ਨਾ ਤਾਂ ਉਹ ਤਹਿਸੀਲਦਾਰ ਵੱਲੋਂ ਲਿਖਿਆ ਗਿਆ, ਨਾ ਉਹ ਪਟਵਾਰੀ ਵੱਲੋਂ ਲਿਖਿਆ ਗਿਆ ਆ। ਇਹ ਸਾਰੇ ਆਪਣੇ ਮਨ ਮਰਜ਼ੀਆਂ ਕਰਦੇ, ਧੱਕਾ ਕਰਦੇ ਆ। ਇੱਕ ਆਪਣੇ 18 ਸਾਲ ਦਾ ਬੱਚੇ ਤੋਂ 18 ਸਾਲ ਤੋਂ ਘੱਟ ਬੱਚੇ ਨੂੰ ਟਰੈਕਟਰ ਫੜਾਇਆ ਆ। ਉਹ ਇੱਕ ਦਿਨ ਸਾਡੇ ਦੇ ਚਾਚਾ ਜੀ ਬੈਠੇ ਹਰਨੇਕ ਸਿੰਘ, ਉਹਦੇ ਬੇਟੇ ਨੂੰ ਕਹਿੰਦਾ ਸੀ ਮੈਂ ਤਾਂ ਟਰੈਕਟਰ ਥੱਲੇ ਦੇ ਦੂੰਗਾ। ਉਸਨੂੰ ਇਹਨੀ ਜਾਣ ਬੁੱਝ ਕੇ ਮੂਹਰੇ ਕੀਤਾ। ਜੇ ਅਸੀਂ ਉਹਨੂੰ ਕੁਛ ਕਹੀਏ ਤਾਂ ਉਹ ਸਾਡੇ ਕਰੇ, ਜਦ ਕਿ ਖੁਦ ਨੂੰ ਇਹ ਨਹੀਂ ਪਤਾ ਖੁਦ ਗਲਤ ਆ। 18 ਸਾਲ ਤੋਂ ਬੱਚੇ ਨੂੰ ਆਪਾਂ ਡਰਾਈਵਰੀ ਨਹੀਂ ਕਰਾ ਸਕਦੇ ਕਿਉਂ ਉਹ ਬੱਚੇ ਦਾ ਅਜੇ ਤੱਕ ਲਾਇਸੈਂਸ ਨਹੀਂ ਬਣਿਆ। ਜੇ ਤਾਂ ਕੱਚਾ ਨਾ ਮੰਤਰੀ ਆ। ਕੱਲ੍ਹ ਵੀ ਸਾਡੀ ਇੱਥੇ ਚਲੋ ਅਸੀਂ ਬੈਠੇ, ਹੁਣ ਆਪਣੇ ਥਾਂ 'ਚ ਬੈਠੇ, ਉਹਦੇ ਕੋਈ ਥਾਂ 'ਚ ਨਹੀਂ ਬੈਠੇ, ਆਪਣੇ ਥਾਂ 'ਚ ਬੈਠੇ, ਆਪਣੇ ਹੱਕ ਲਈ ਬੈਠੇ ਆ। ਅਸੀਂ ਨਹੀਂ ਉਹਨੂੰ ਮਾੜਾ ਕਹਿੰਦੇ, ਪਰ ਉਹ ਜਾਣ ਕੇ ਸਾਡੇ ਉਹਦਾ ਬੱਚਾ ਫੇਰ ਗੱਲ ਵੀਡੀਓ ਬਣਾਉਂਦਾ ਸੀ। ਸਾਨੂੰ ਉੱਤੋਂ ਵੀ ਖਤਰਾ। ਜੇ ਮੈਂ ਉਹਦਾ ਵਿਰੋਧ ਕਰ ਰਿਹਾ, ਮੈਂ ਇੱਥੋਂ 40 ਕਿਲੋਮੀਟਰ ਨਵੇਂ ਸ਼ਹਿਰ ਕੰਮ 'ਤੇ ਜਾਣਾ, ਮੈਨੂੰ ਭਾਲ ਨੂੰ ਇਹ ਵੀ ਖਤਰਾ ਜੇ ਉਹ ਧੱਕੇ ਨਾਲ ਸਾਡੇ ਖੱਤੇ ਪਾ ਸਕਦਾ, ਮੈਨੂੰ 'ਤੇ ਕੋਈ ਵੀ ਹਮਲਾ ਕਰਾ ਸਕਦਾ ਜੀ। ਅਣਮਿੱਥੇ ਸਮੇਂ ਲਈ ਮੈਂ ਇੱਥੇ ਭੁੱਖ ਹੜਤਾਲ 'ਤੇ ਬੈਠਾ। ਜਿੰਨਾ ਚਿਰ ਮੇਰੀ ਪੰਚਾਇਤ ਜਾਂ ਕੋਈ ਹੋਰ ਪ੍ਰਸ਼ਾਸਨ ਮੇਰੇ ਨਹੀਂ ਸੁਣਦਾ, ਮੈਂ ਇੱਥੋਂ ਨਹੀਂ ਹਿੱਲੂੰਗਾ ਜੀ। ਅਸੀਂ ਅੱਜ ਐਸਡੀਐਮ ਦੇ ਦਫ਼ਤਰ ਫਲੌਰ ਆਪਣੇ ਇਹਦੀ ਤਕਸੀਮ ਦਾ ਦਿੱਤੀ ਅਰਜ਼ੀ ਦੇ ਦਿੱਤੀ ਆ। ਸਾਨੂੰ ਪੂਰੀ ਆਸ ਹੈ ਪ੍ਰਸ਼ਾਸਨ ਸਾਨੂੰ ਸਾਥ ਦੇਊਗਾ ਅਤੇ ਜੋ ਸਾਡੇ ਨਾਲ ਧੱਕਾ ਹੁੰਦਾ ਆ
ਉਹਦਾ ਸਹੀ ਨਤੀਜਾ ਕਰੂਗਾ। ਜੋ ਵੀ ਉਹਨਾਂ ਦਾ ਫੈਸਲਾ ਆਊਗਾ ਸਾਨੂੰ ਮਨਜ਼ੂਰ ਹੋਊਗਾ ਜੀ, ਉਹਨਾਂ ਚੱਕ ਉਸ ਨੂੰ ਰੋਕਿਆ ਜਾਵੇ ਜੀ। ਮੈਂ ਜੀ ਜਸਵੰਤ ਸਿੰਘ, ਅਸੀਂ ਹਰਬੰਸ ਸਿੰਘ ਦੀ ਜਿਹੜਾ ਹਿੱਸਾ ਸੀਗਾ ਉਹ ਖਰੀਦਿਆ ਸੀ ਇਹਨਾਂ ਕੋਲੋਂ, ਤਾਂ ਨਾਲੇ ਅਸੀਂ 4 ਕਨਾਲ 16 ਮਰਲੇ ਜਿਹੜਾ ਡਾਇਰੈਕਟ ਇਹਨਾਂ ਕੋਲੋਂ ਖਰੀਦਿਆ ਆ। ਹਰਬੰਸ ਸਿੰਘ ਦਾ ਇਹਨਾਂ ਦਾ ਬਰਾਬਰ ਹਿੱਸਾ ਨਹੀਂ ਸੀ, ਉਹਨੇ ਪਹਿਲਾਂ ਆਪਣੇ ਭਰਾਵਾਂ ਤੋਂ ਜ਼ਮੀਨ ਖਰੀਦੀ ਹੋਈ ਸੀ, ਉਹਦਾ ਹਿੱਸਾ ਜ਼ਿਆਦਾ ਸੀ, ਇਹਨਾਂ ਦਾ ਘੱਟ ਸੀ। ਅਸੀਂ ਜੋ ਵੀ ਆ ਸਾਡੇ ਕੋਲ ਰਜਿਸਟਰੀਆਂ ਆ, ਅਸੀਂ ਸਾਰੀ ਜ਼ਮੀਨ ਇਹਨਾਂ ਤੋਂ ਖਰੀਦੀ ਆ, ਜੋ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੋਇਆ। ਇਹਦੇ ਵਿੱਚ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਸਾਡੇ ਕੋਲ ਰਜਿਸਟਰੀਆਂ ਸਾਰਾ ਕੁਝ ਕੋਲ ਆ ਸਾਡੇ। ਨਹੀਂ ਜੀ, ਤਕਸੀਮ ਤਾਂ ਉਹ ਸਾਂਝਾ ਮਸ਼ਤਰਕਾ ਆ, ਉਹ 40 ਸਾਲ ਤੋਂ ਕਾਬਜ਼ ਆ। ਪਹਿਲਾਂ ਜਿਹੜੇ ਨੰਬਰ ਉਹਨਾਂ ਦੇ ਕਾਬਜ਼ੇ ਸੀਗੇ ਉਹੀ ਨੰਬਰ ਅਸੀਂ ਵਾਹੇ ਆ, ਉਸ ਤੋਂ ਵੱਧ ਤਾਂ ਅਸੀਂ ਕੁਝ ਵੀ ਨਹੀਂ ਵਾਹਿਆ। ਕੋਈ ਵੀ ਮਿਣ ਕੇ ਦੇਖ ਸਕਦਾ, ਸਾਡੇ ਪੇਪਰ ਚੈੱਕ ਕਰ ਸਕਦਾ। ਅਸੀਂ 61 ਕਨਾਲਾਂ ਇਹਨਾਂ ਕੋਲੋਂ ਖਰੀਦੀ ਆ, 61 ਕਨਾਲਾਂ ਦੇ ਪੈਸੇ ਦਿੱਤੇ ਆ, 19 ਸਾਡੇ ਕੋਲ ਆ। ਸਾਡਾ ਪਹਿਲਾਂ ਵੀ ਇਸ ਖੂਹ ਦੇ ਵਿੱਚ ਅੱਧ ਆ ਸਾਡੇ ਬਾਬਿਆਂ ਦਾ, ਤਾਂ ਜਿਹੜਾ ਅੱਧ ਸੀ ਉਹਦੇ ਵਿੱਚੋਂ ਹੁਣ ਦੁਬਾਰਾ ਅਸੀਂ ਫੇਕ ਖਰੀਦ ਲਈ ਆ। ਅਸੀਂ ਤਾਂ ਖੂਹ 'ਤੇ ਵੜਦੇ ਵੀ ਨਹੀਂ, ਸਾਰਾ ਕੁਝ ਹੈਗਾ ਤਾਂ ਇਹਨਾਂ ਦੇ ਕੋਲ ਆ। ਇਹ ਕਾਬਜ਼ ਬੈਠੇ ਆ, ਅਸੀਂ ਤਾਂ ਖੂਹ 'ਤੇ ਨਹੀਂ ਜਾਂਦੇ ਹੈਗੇ। ਤੁਸੀਂ ਵੀ ਜਾ ਕੇ ਆੜ ਭਾਜੀ ਜਿੱਦਾਂ ਮੈਂ ਲੈਵਲ ਕੀਤੇ ਆ ਬਰਾਬਰ। ਦੇਖੋ ਲੈਵਲ ਕਰਨਾ ਵੀ ਜ਼ਰੂਰੀ ਆ, ਪਾਣੀ ਦੀ ਬਚਤ ਹੁੰਦੀ ਆ ਜਦੋਂ ਆਪਾਂ ਝੋਨਾ ਲਾਉਂਦੇ ਆ। ਮੈਂ ਲੇਜ਼ਰ ਲੈਵਲ ਕਰਕੇ ਆਡਾਂ ਤਾਂ ਮੈਂ ਪਾ ਦੇਣੀ ਆ, ਮੈਂ ਤਾਂ ਆਡਾਂ ਤੋਂ ਮਨਾ ਹੀ ਨਹੀਂ ਕੀਤਾ ਇਹਨਾਂ ਨੂੰ। ਜਦੋਂ ਵੀ ਇਹ ਤਕਸੀਮ ਕਰਾਉਣਗੇ, ਜੋ ਵੀ ਖਰਚਾ ਹੋਊਗਾ ਉਹ ਵੀ ਮੈਂ ਹਿੱਸਾ ਦਊਂਗਾ, ਨਾਲ ਮੈਂ ਰੈਡੀ ਹਾਂ ਇਹਨਾਂ ਨਾਲ ਤਕਸੀਮ ਕਰਨੇ ਨੂੰ ਵੀ। ਆਪਾਂ ਮੁੱਕਰਦੇ ਤਾਂ ਹੈ ਨਹੀਂ, ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਆਪਾਂ ਤਕਸੀਮ ਕਰਾ ਲਈਏ। ਸਰਪੰਚ ਸਾਹਿਬ ਸਾਡਾ ਨਵੇੜਾ ਕਰਾਉਣ ਨੂੰ ਇਹ ਨਹੀਂ ਰੋਕਿਆ ਮੈਨੂੰ ਵੀ ਤੂੰ ਨਾ ਬਾਈ, ਮੈਂ ਰੁਕਿਆ ਆ। ਅਸੀਂ ਤਾਂ ਨਵੇੜੇ ਲਈ ਬੈਠੇ ਆ, ਉਹਨਾਂ ਨੇ ਆ ਕੰਮ ਕਰ ਲਿਆ, ਧਰਨਾ ਲਾਤਾ, ਸਾਨੂੰ ਤਾਂ ਪਤਾ ਵੀ ਨਹੀਂ ਲੱਗਣ ਦਿੱਤਾ ਕਦੋਂ ਨਹੀਂ ਇਹ ਕੰਮ ਕੀਤਾ। ਰੇਸ਼ਮ ਸਿੰਘ ਜੀ। ਕੀ ਆ ਆਪਣੇ ਨਾਲ ਕੱਢਣਾ ਕੀ ਰੋਣਾ ਜੀ? ਦੇਖੋ ਜੀ, ਸਾਨੂੰ ਪਾਵਰ ਟਰਨੀ ਮੈਨੂੰ ਆਈ ਹੈ ਮੇਰੇ ਭਾਣਜਿਆਂ ਦੀ, ਮੇਰੀ ਸਿਸਟਰ ਦੀ। ਉਹ ਜੋ ਵੀ ਜ਼ਮੀਨ ਉਹਨਾਂ ਦੇ ਨਾਂ ਬੋਲਦੀ ਆ, ਜੋ ਵੀ ਨੰਬਰ ਬੋਲਦੇ ਆ, ਉਹ ਮੈਂ ਜਸਵੰਤ ਸਿੰਘ ਨੂੰ ਰਜਿਸਟਰੀ ਕਰਾਤੀ ਆ। ਕੋਈ ਵੀ ਇੱਦਾਂ ਦਾ ਕੰਮ ਨਹੀਂ, ਜੋ ਵੀ ਉਹਨਾਂ ਦੇ ਨਾਂ ਬੋਲਦਾ ਉਹ ਮੈਂ ਇਹਨੂੰ ਦੇਤੀ ਹੈ, ਰਜਿਸਟਰੀ ਵਿੱਚ ਲਿਖ ਦਿੱਤਾ। ਹੱਦਾਂ ਵੀ ਲਿਖੀਆਂ, ਸਾਰਾ ਹੀ ਲਿਖਿਆ ਆ ਵੀ ਕਿੱਧਰੋਂ ਕਿੱਧਰ, ਕਿੱਧਰੋਂ ਕਿੱਧਰ। ਬਾਕੀ ਰਜਿਸਟਰੀ ਦੇਖ ਲਓ, ਫਰਦਾਂ ਦੇਖ ਲਓ, ਸਾਡੇ ਕੋਲ ਪਈਆਂ। ਕੋਈ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ, ਅਸੀਂ ਤਾਂ ਕਹਿੰਦੇ ਸਹੀ ਕੰਮ ਹੋਣਾ ਚਾਹੀਦਾ, ਵੀ ਸਹੀ ਹੋਵੇ ਬਸ। ਜੇ ਉਹਨੇ ਤਕਸੀਮ ਕਰਾਉਣੀ ਆ, ਅਸੀਂ ਉਹਨਾਂ ਦੇ ਨਾਲ ਵਾਂ ਤਕਸੀਮ ਕਰਾਉਣ, ਸਭ ਕੁਝ ਬਣਦਾ ਉਹਨਾਂ ਨੂੰ ਦੇਵਾਂਗੇ। ਇਹਦੇ 'ਚ ਆਪਣੇ ਸਰਦਾਰ ਰੇਸ਼ਮ ਸਿੰਘ ਉਹਨਾਂ ਨੇ ਉਹਨਾਂ ਦੇ ਕੋਲ ਪਾਵਰ ਆਫ ਟਰਨੀ ਆ, ਉਹਨਾਂ ਨੇ ਸਰਦਾਰ ਜਸਵੰਤ ਸਿੰਘ ਉਹਨਾਂ ਨੂੰ ਇਹ ਜ਼ਮੀਨ ਜਿਹੜੀ ਹੈ ਵੇਚੀ ਆ, ਉਹਨਾਂ ਨੇ ਪੈਸੇ ਲਏ ਆ। ਅਤੇ ਉਸ ਤੋਂ ਬਾਅਦ ਸਾਡੇ ਕੋਲ ਇਹ ਗੱਲ ਆਈ ਸੀ, ਰਿਟਨ 'ਚ ਤਾਂ ਦਰਖਾਸਤ ਨਹੀਂ ਆਈ ਕੋਈ ਵੀ, ਪਰ ਫਿਰ ਵੀ ਅਸੀਂ ਦੋਹਾਂ ਧਿਰਾਂ ਦਾ ਮਤਲਬ ਦੇਖਦੇ ਹੋਏ ਪੱਖ ਅਤੇ ਪਿੰਡ 'ਚ ਲੰਬੜਦਾਰ ਸਾਹਿਬ ਜੋਗਿੰਦਰ ਸਿੰਘ ਜੀ ਨੂੰ ਨਾਲ ਲੈ ਕੇ ਅਤੇ ਹੋਰ ਕਈ ਸਾਥੀ ਮੋਹਤਵਾਰਾਂ ਨੂੰ ਨਾਲ ਲੈ ਕੇ ਉੱਥੇ ਮਿਹਨਤੀ ਕੀਤੀ ਸੀ। ਦੋਹਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬਰਾਬਰ ਆ ਸਾਡੀ ਮਿਹਨਤੀ ਮੁਤਾਬਕ। ਦੋਨਾਂ ਦੇ ਥੱਲੇ ਜਿੰਨੀ ਜ਼ਮੀਨ ਹੈਗੀ ਆ ਸਾਰੀ ਬਰਾਬਰ ਆ। ਉਹਦੇ 'ਚ ਜ਼ਮੀਨ ਦੀ ਮਿਹਨਤੀ ਘੱਟ ਵੱਧ ਦਾ ਕੋਈ ਡਿਸਪਿਊਟ ਨਹੀਂ ਹੈ। ਅਸਲ ਵਿੱਚ ਜਿਹੜੇ ਕੁਰੇ ਆ ਉਹ ਤਕਸੀਮ ਕਰਾਉਣ ਵਾਲੇ ਆ। ਤਕਸੀਮ ਅਗਰ ਹੋ ਜਾਏਗੀ ਤਾਂ ਉਹ ਫਰੰਟ 'ਤੇ ਲੱਗਣ ਵਾਲੀ ਜਿਹੜੀ ਗੱਲ ਆ, ਸਾਰੀਆਂ ਧਿਰਾਂ ਫਰੰਟ 'ਤੇ ਲੱਗਣਾ ਚਾਹੁੰਦੀਆਂ ਹੁੰਦੀਆਂ, ਉਹ ਫਰੰਟ 'ਤੇ ਆ ਜਾਣਗੀਆਂ ਤਕਸੀਮ ਰਾਹੀਂ। ਤਕਸੀਮ ਰਾਹੀਂ ਉਹਨਾਂ ਦੀ ਸਹਿਮਤੀ ਵੀ ਸੀ, ਅਸੀਂ ਵੀ ਗੱਲ ਕੀਤੀ 2-3 ਵਾਰੀ, 5-7 ਡੇ ਬਾਏ ਡੇ ਜਿਹੜਾ ਇਹ ਮਸਲਾ ਸੁਣਵਾਈ ਹੁੰਦੀ ਰਹੀ ਹੈ ਅਤੇ ਰੋਜ਼ ਹੀ, ਅਤੇ ਉਹ ਸਹਿਮਤ ਹੀ ਸੀਗੇ ਤਕਸੀਮ ਨੂੰ ਤਕਸੀਮ ਕਰਾ ਲੈਣਗੇ। ਧਿਰਾਂ ਇਹ ਵੀ ਤਕਸੀਮ ਨੂੰ ਸਰਦਾਰ ਜਸਵੰਤ ਸਿੰਘ ਹੁਣੀ ਅਤੇ ਰੇਸ਼ਮ ਸਿੰਘ ਹੁਣੀ ਵੀ ਸਹਿਮਤ ਆ, ਸਾਰੇ ਹੀ ਉਹ ਵੀ ਸਹਿਮਤ ਸੀਗੇ। ਅਤੇ ਵਿੱਚ ਪਤਾ ਨਹੀਂ ਹੁਣ ਕਿਸੇ ਦੇ ਚੱਕ ਚਕਾਓ 'ਚ ਆ ਕੇ ਉੱਥੇ ਆਪਾਂ ਬੈਠ ਗਏ, ਜਦੋਂ ਕਿ ਜਦੋਂ ਅਸੀਂ ਜਸਵੰਤ ਸਿੰਘ ਉਹਨਾਂ ਨੂੰ ਰੋਕਿਆ ਵੀ ਭਾਈ ਤੁਸੀਂ ਉੱਥੇ ਚਲੋ ਹਜੇ ਹੋਰ ਲੈਵਲ ਜਾਂ ਟਰੈਕਟਰ ਨਾ ਚਲਾਇਓ, ਇਹ ਨਹੀਂ ਉਦੋਂ ਦਾ ਕੋਈ ਟਰੈਕਟਰ ਨਹੀਂ ਵਾੜਿਆ ਉੱਥੇ, ਅਤੇ ਪੰਚਾਇਤ ਦੇ ਆਖੇ 'ਤੇ ਇਹ ਤਾਂ ਟਿਕ ਟਕਾ ਕੇ ਬੈਠੇ ਆ। ਅਤੇ ਤਕਸੀਮ ਲਈ ਸਹਿਮਤ ਆ ਦੋਈ ਤਰ੍ਹਾਂ। ਜਦੋਂ ਤਕਸੀਮ ਹੋ ਜਾਏਗੀ ਮਾਮਲਾ ਹੱਲ ਹੋ ਜਾਏਗਾ, ਅਤੇ ਜੇ ਇਹਨਾਂ ਨੇ ਬੈਠ ਕੇ ਗੱਲ ਕਰਾਉਣੀ ਹੋਵੇ ਤਾਂ ਅਸੀਂ ਉਹਦੇ ਲਈ ਵੀ ਸਹਿਮਤ ਆ। ਆਪਾਂ ਜਿਹੜਾ ਕੰਪਰੋਮਾਈਜ਼ ਇਹਨਾਂ ਦਾ ਕਰਾ ਸਕਦੇ। ਦੋ ਹੀ ਮਸਲੇ ਹੋ ਸਕਦੇ ਇਹ 'ਚ ਹੱਲ, ਇੱਕ ਤਾਂ ਤਕਸੀਮ, ਇੱਕ ਬੈਠ ਕੇ ਕੰਪਰੋਮਾਈਜ਼। ਉਹ ਜਦੋਂ ਮਰਜ਼ੀ ਦੋਈ ਧਿਰਾਂ ਜੇ ਸਾਡੇ ਕੋਲ ਅਪਰੋਚ ਕਰਦੀਆਂ ਤਾਂ ਮਤਲਬ ਆਪਾਂ ਇਹਨਾਂ ਦਾ ਕਰਾ ਸਕਦੇ ਹਾਂ। ਜਿਹੜਾ ਆਪਸ ਵਿੱਚ ਧਰਨੇ ਦੇ ਸੰਬੰਧ ਆ ਉਹ ਆਪਸ ਵਿੱਚ ਹੀ ਬੈਠੇ ਆ, ਉਹ
ਉਹ ਮਤਲਬ ਉਹਨਾਂ ਨਾਲ ਤਕਸੀਮ 'ਚ ਨੰਬਰ ਬੋਲਣੇ ਆ। ਜਿਹੜਾ ਸਰਦਾਰ ਰੇਸ਼ਮ ਸਿੰਘ ਹੁਣੀ ਇਹਨਾਂ ਨੂੰ ਨੰਬਰ ਵੇਚੇ ਆ, ਉਹ ਕਬਜ਼ਾ ਉਹਨਾਂ ਦਾ ਸੀਗਾ, ਉਨੇ ਹੀ ਕਬਜ਼ੇ ਜਿਹੜੇ ਉਹਨੇ ਉਹੀ ਕਬਜ਼ਾ ਵੇਚਿਆ ਤੇ ਉਹੀ ਮਿਣਤੀ ਜਿਹੜੀ ਉਹਦੀ ਬਰਾਬਰ ਆ। ਜਿਹੜੀਆਂ ਧਿਰਾਂ ਬੈਠੀਆਂ ਧਰਨੇ ਤੇ, ਇਹ ਦੱਸਣਯੋਗ ਆ, ਬੜਾ ਪੁਆਇੰਟ ਆ ਇਹ ਵੀ ਉਹਨਾਂ ਦਾ ਆਪਸ ਵਿੱਚ ਸਮਝੌਤਾ ਹੋ ਕੇ ਦੇਖਿਓ, ਉਹਨਾਂ ਨਾਲ ਹੀ ਉਹਨਾਂ ਦਾ ਵੰਡ ਹੋਣੀ ਆ। ਇਹਨਾਂ ਦਾ ਤਾਂ ਉਹਦੇ ਨਾਲ ਲਾਂਝਾ ਹੀ ਕੋਈ ਨਹੀਂ। ਇਹਨਾਂ ਦੇ ਵਿੱਚ ਤਾਂ ਜਿਹੜੇ ਵੀ ਨੰਬਰ ਵੇਚੇ ਆ ਉਹਨਾਂ ਨੂੰ ਉਹਦੇ ਵਿੱਚ ਤਾਂ ਹਿੱਸਾ ਹੀ ਨਹੀਂ ਬੋਲਦਾ ਹੈ। ਆਪਣੇ ਇਹ ਹਰਮਿੰਦਰ ਸਿੰਘ ਉਹਨਾਂ ਦਾ ਜਿਹੜੇ ਉੱਤੇ ਆਪਣੇ ਸਾਥੀ ਬੈਠੇ ਆ, ਉਹਨਾਂ ਦਾ ਨੰਬਰ ਇਹਦੇ ਵਿੱਚ ਕੋਈ ਨਹੀਂ, ਹਿੱਸਾ ਕੋਈ ਨਹੀਂ ਬੋਲਦਾ। ਖੂਹ ਜਿੱਦਾਂ ਦਾ ਉਹ ਜਿੱਥੇ ਬੈਠੇ ਆ ਉੱਦਾਂ ਦਾ ਸਰਦਾਰ ਜਸਵੰਤ ਸਿੰਘ ਉਹਨਾਂ ਦਾ ਵੀ ਹਿੱਸਾ ਉੱਤੇ ਖੂਹ 'ਤੇ।